ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਹਰਜਿੰਦਰ ਕੌਰ ਤੁਹਾਡੀ ਪੰਜਾਬੀ ਵਿਸ਼ੇ ਦੀ ਅਧਿਆਪਕਾ ਤੁਹਾਡਾ ਪੰਜਾਬੀ ਜਮਾਤ ਵਿੱਚ ਸਵਾਗਤ ਕਰਦੀ ਹਾਂ। ਹਾਂਜੀ ਬੇਟਾ ਜੀ, ਅੱਜ ਦੇਖੋ ਆਪਾਂ ਤੁਹਾਡੀ ਪੰਜਾਬੀ ਪਾਠਮਾਲਾ ਦੇ ਵਿੱਚ ਦਰਜ ਪਾਠ 2 ਨੈਲੇ ਤੇ ਦੈਲਾ, ਜੋ ਕਿ ਇੱਕ ਕਹਾਣੀ ਹੈ, ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕਰਾਂਗੇ। ਹਾਂਜੀ ਬੇਟਾ, ਦੇਖੋ ਇਸ ਕਹਾਣੀ ਵਿੱਚ ਲੇਖਕ ਨੇ ਦੱਸਿਆ ਹੈ ਕਿ ਇਸ ਵਿਗਿਆਨਕ ਯੁੱਗ ਵਿੱਚ ਕੋਈ ਇੰਨਾ ਭੋਲਾ ਨਹੀਂ ਜੋ ਕਿਸੇ ਦੀਆਂ ਗੱਲਾਂ ਵਿੱਚ ਆ ਸਕੇ। ਕੋਈ ਕਿਸੇ ਨੂੰ ਧੋਖਾ ਦੇ ਕੇ ਹਮੇਸ਼ਾ ਲਈ ਲਾਭ ਨਹੀਂ ਲੈ ਸਕਦਾ। ਜਦੋਂ ਨੈਲੇ ਤੇ ਦੈਲਾ ਵੱਜਦਾ ਹੈ ਤਾਂ ਧੋਖੇਬਾਜ਼ ਨੂੰ ਭੱਜਣ ਨੂੰ ਰਾਹ ਨਹੀਂ ਲੱਭਦਾ। ਹਾਂਜੀ ਬੇਟਾ, ਦੇਖੋ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਭੋਲਾ ਨਹੀਂ ਹੈਗਾ, ਠੀਕ ਹੈ ਨਾ। ਮਤਲਬ ਇਹ ਜਿਹੜੀ ਦੁਨੀਆ ਹੈ ਇਹ ਚੁਸਤ ਚਲਾਕਾਂ ਦੀ ਹੈ, ਠੀਕ ਹੈ ਨਾ। ਜੇ ਤੁਹਾਡੇ ਨਾਲ ਕੋਈ ਗਲਤ ਕਰਦਾ ਹੈ ਤਾਂ ਤੁਹਾਨੂੰ ਉਸ ਦਾ ਮੋੜ ਕੇ ਉਸਨੂੰ ਉਸੇ ਦੀ ਭਾਸ਼ਾ ਦੇ ਵਿੱਚ ਉਸਨੂੰ ਸਮਝਾਉਣਾ ਚਾਹੀਦਾ ਹੈ, ਭਾਵ ਉਸਨੂੰ ਅਹਿਸਾਸ ਕਰਵਾਉਣਾ ਚਾਹੀਦਾ ਹੈ ਕਿ ਉਹ ਕਿੰਨਾ ਗਲਤ ਹੈ। ਹਾਂਜੀ ਬੇਟਾ, ਦੇਖੋ ਇਸ ਦੇ ਵਿੱਚ 2 ਭਰਾਵਾਂ ਦੀ ਗੱਲ ਕੀਤੀ ਗਈ ਹੈ, ਦੀਨੂ ਅਤੇ ਗੋਪਾਲਾ। 2 ਭਰਾ ਹਨ। ਜਿਹੜਾ ਦੀਨੂ ਆ ਬਹੁਤ ਹੀ ਚਤੁਰ ਹੈ ਅਤੇ ਗੋਪਾਲਾ ਬੜਾ ਹੀ ਸਿੱਧਾ ਸਾਦਾ ਹੈ। ਦੀਨੂ ਗੋਪਾਲੇ ਦੇ ਸਿੱਧੇ ਸਾਦੇਪਣ ਦਾ ਅਕਸਰ ਲਾਭ ਉਠਾਉਂਦਾ ਰਹਿੰਦਾ ਸੀ। ਗੋਪਾਲਾ ਵਿਚਾਰਾ ਸ਼ਾਂਤ ਹੋ ਕੇ ਸਭ ਕੁਝ ਜਰਦਾ ਰਹਿੰਦਾ ਸੀ। ਦੋਵਾਂ ਦੀ ਮਾਤਾ ਦਾ ਪਹਿਲਾਂ ਹੀ ਮਰ ਚੁੱਕੀ ਸੀ। ਇੱਕ ਦਿਨ ਪਿਤਾ ਵੀ ਚੱਲ ਵਸਿਆ। ਪਿਤਾ ਦੇ ਮਰਨ 'ਤੇ ਗੋਪਾਲ ਬਹੁਤ ਰੋਇਆ ਸੀ, ਪਰੰਤੂ ਪਿਤਾ ਦੇ ਮਰਨ ਤੋਂ ਬਾਅਦ ਦੀਨੂ ਹੋਰ ਆਜ਼ਾਦ ਹੋ ਗਿਆ। ਉਹ ਗੋਪਾਲਾ ਦਾ ਹੋਰ ਵੀ ਸ਼ੋਸ਼ਣ ਕਰਨ ਲੱਗਾ, ਭਾਵ ਉਹਨੂੰ ਹੋਰ ਦਬਾਉਣ ਲੱਗਾ, ਠੀਕ ਹੈ ਨਾ, ਉਹਨੂੰ ਹੋਰ ਵੀ ਤੰਗ ਕਰਨ ਲੱਗਾ। ਇੱਕ ਦਿਨ ਦੀਨੂ ਬੋਲਿਆ, ਗੋਪਾਲ, ਪਿਤਾ ਜੀ ਦੀ ਮੌਤ ਹੋ ਗਈ ਹੈ, ਮੈਂ ਚਾਹੁੰਦਾ ਹਾਂ ਆਪਣੇ ਕੋਲ ਜੋ ਕੁਝ ਹੈ ਉਸਦੀ ਵੰਡ ਕਰ ਲਈਏ। ਦੇਖੋ ਦੀਨੂ ਬੜਾ ਜਿਹੜਾ ਚਲਾਕ ਸੀਗਾ, ਗੋਪਾਲਾ ਬੜਾ ਭੋਲਾ ਭਾਲਾ ਸੀਗਾ। ਪਰ ਦੀਨੂ ਗੋਪਾਲਾ ਅੱਗੇ ਬੋਲਿਆ, ਆਪਣੇ ਕੋਲ ਵੰਡਣ ਨੂੰ ਹੈ ਕੀ, ਝੁੱਗੇ ਵਿੱਚ ਇੱਕ ਮੱਝ ਤੇ ਕੰਬਲ ਹੈ, ਇਸ ਦੀ ਵੰਡ ਕੀ ਕਰਾਂਗੇ, ਗੋਪਾਲਾ ਬੋਲਿਆ। ਦੇਖੋ ਫਿਰ ਦੀਨੂ ਗੋਪਾਲਾ ਫਿਰ ਵੀ ਮੈਂ ਚਾਹੁੰਦਾ ਹਾਂ ਕਿ ਗੋਪਾਲ, ਫਿਰ ਵੀ ਮੈਂ ਚਾਹੁੰਦਾ ਹਾਂ ਕਿ ਇਹਨਾਂ ਨੂੰ ਵੰਡ ਹੀ ਲਿਆ ਜਾਵੇ। ਕੱਲ੍ਹ ਨੂੰ ਤੇਰਾ ਮੇਰਾ ਵਿਆਹ ਹੋਵੇਗਾ, ਘਰ ਵਿੱਚ ਇਸਤਰੀਆਂ ਦੇ ਆ ਜਾਣ ਨਾਲ ਝਗੜਾ ਵੱਧ ਸਕਦਾ ਹੈ, ਇਸ ਲਈ ਮੇਰੀ ਮੰਨ, ਆਪਾਂ ਮੱਝ ਤੇ ਕੰਬਲ ਨੂੰ ਵੰਡ ਹੀ ਲਈਏ। ਦੀਨੂ ਸਮਝਾਉਂਦਾ ਹੋਇਆ ਬੋਲਿਆ। ਦੀਨੂ ਚਲਾਕ ਸੀਗਾ, ਉਹ ਹੁਸ਼ਿਆਰੀ ਕਰਨਾ ਚਾਹੁੰਦਾ ਸੀ ਗੋਪਾਲੇ ਦੇ ਨਾਲ, ਇਸ ਕਰਕੇ ਨਾ ਉਹ ਜਿੱਦ 'ਤੇ ਅੜਿਆ ਹੋਇਆ ਸੀ ਵੰਡ ਕਰਨ ਦੇ। ਉਹ ਫਿਰ ਨਾ ਗੋਪਾਲ ਕਹਿੰਦਾ, ਭਰਾ ਜਿਵੇਂ ਤੇਰੀ ਮਰਜ਼ੀ, ਇੱਦਾਂ ਕਰਦੇ ਹਾਂ, ਮੱਝ ਦਾ ਅਗਲਾ ਹਿੱਸਾ ਤੂੰ ਲੈ ਲੈ, ਪਿਛਲਾ ਹਿੱਸਾ ਮੈਂ ਲੈਣਾ ਆ। ਭਾਵ ਮੱਝ ਦਾ ਅਗਲਾ ਹਿੱਸਾ ਕਿਹਦੇ ਹਿੱਸੇ ਆਇਆ, ਗੋਪਾਲੇ ਦੇ। ਪਿਛਲਾ ਹਿੱਸਾ ਕਿਸ ਨੇ ਲਿਆ, ਦੀਨੂ ਨੇ। ਇਸੇ ਤਰ੍ਹਾਂ ਕੰਬਲ ਰਾਤ ਨੂੰ ਮੈਂ ਲੈ ਲਿਆ ਕਰਾਂਗਾ, ਦਿਨੇ ਤੂੰ ਲੈ ਲਿਆ ਕਰੀ। ਕੀ ਇਹ ਵੰਡ ਤੈਨੂੰ ਮਨਜ਼ੂਰ ਹੈ, ਦੀਨੂ ਵੰਡ ਕਰਦਾ ਹੋਇਆ ਬੋਲਿਆ। ਦੇਖੋ ਕੰਬਲ ਦੀ ਲੋੜ ਰਾਤ ਨੂੰ ਪੈਂਦੀ ਆ, ਉਹਨੇ ਰਾਤ ਨੂੰ ਆਪ ਕੰਬਲ ਲੈ ਲਿਆ, ਦਿਨ ਵਾਸਤੇ ਦੀਨੂ ਨੂੰ ਗੋਪਾਲ ਨੂੰ ਦੇ ਦਿੱਤਾ, ਹੈ ਨਾ। ਦੀਨੂ ਬੜਾ, ਗੋਪਾਲ ਵਿਚਾਰਾ ਸਿੱਧਾ ਸਾਦਾ ਸੀ, ਉਹ ਦੀਨੂ ਦੀਆਂ ਚਾਲਾਂ ਨੂੰ ਸਮਝ ਨਾ ਸਕਿਆ। ਉਸਨੇ ਝੱਟ ਕਹਿ ਦਿੱਤਾ, ਵੀਰ ਦੀਨੂ ਜਿਵੇਂ ਤੇਰੀ ਮਰਜ਼ੀ। ਹੁਣ ਸਵੇਰ ਹੁੰਦੇ ਹੀ ਗੋਪਾਲ ਮੱਝ ਦੇ ਚਾਰਾ ਪਾਣੀ ਵਿੱਚ ਜੁਟ ਜਾਂਦਾ ਸੀ, ਕਿਉਂਕਿ ਅਗਲਾ ਹਿੱਸਾ ਉਸਦਾ ਸੀ। ਥੋੜ੍ਹੀ ਦੇਰ ਬਾਅਦ ਦੀਨੂ ਆਉਂਦਾ ਅਤੇ ਮੱਝ ਦਾ ਦੁੱਧ ਚੋ ਕੇ ਲੈ ਜਾਂਦਾ, ਕਿਉਂਕਿ ਪਿਛਲਾ ਹਿੱਸਾ ਮੱਝ ਦਾ ਉਸਦੇ ਹਿੱਸੇ ਆਇਆ ਸੀ। ਅਗਲਾ ਹਿੱਸਾ ਕਿਸ ਦੇ ਹਿੱਸੇ ਸੀ, ਗੋਪਾਲ ਦੇ। ਗੋਪਾਲ ਸਾਰਾ ਦਿਨ ਮੱਝ ਨੂੰ ਰਚਾਉਣ 'ਚ ਲੱਗਾ ਰਹਿੰਦਾ, ਔਰ ਪਿਛਲਾ ਹਿੱਸਾ ਸੀ ਦੀਨੂ ਦੇ। ਅਤੇ ਦੀਨੂ ਕੀ ਕਰਦਾ ਸੀ, ਸਵੇਰ ਸ਼ਾਮ ਮੱਝ ਦਾ ਦੁੱਧ ਕੱਢ ਲੈਂਦਾ ਸੀਗਾ, ਚੋ ਲੈਂਦਾ ਸੀਗਾ। ਵਿਚਾਰਾ ਗੋਪਾਲ ਸਾਰਾ ਦਿਨ ਮੱਝ ਨੂੰ ਖੇਤਾਂ ਵਿੱਚ ਚਾਰਦਾ, ਉਹ ਕੰਬਲ ਵੀ ਆਪਦੇ ਨਾਲ ਲੈ ਲੈ ਕੇ ਚੱਲਦਾ, ਕਿਉਂਕਿ ਦਿਨ ਵਿੱਚ ਕੰਬਲ ਉਸਦੇ ਹਿੱਸੇ ਆਇਆ ਸੀ। ਤਪਦੀ ਧੁੱਪ ਵਿੱਚ ਜਦੋਂ ਲੋਕ ਉਸਨੂੰ ਕੰਬਲ ਲਈ ਦੇਖਦੇ ਤਾਂ ਉਸਦਾ ਮਜ਼ਾਕ ਉਡਾਉਂਦੇ, ਕਿਉਂਕਿ ਇੰਨੀ ਗਰਮੀ ਦੇ ਵਿੱਚ ਵੀ ਉਹ ਕੰਬਲ ਲਈ ਫਿਰਿਆ ਸੀ। ਉਹ ਵਿਚਾਰਾ ਕੰਬਲ ਇਸ ਕਰਕੇ ਲੈ ਰਿਹਾ ਸੀ ਕਿਉਂਕਿ ਕੰਬਲ ਉਹਦੇ ਹਿੱਸੇ ਆਇਆ ਸੀ। ਗੋਪਾਲ ਮਨ ਹੀ ਮਨ ਵਿੱਚ ਬਹੁਤ ਉਦਾਸ ਰਹਿੰਦਾ, ਪਰ ਦਿਲ ਦੀ ਗੱਲ ਕਿਸੇ ਨੂੰ ਨਾ ਦੱਸਦਾ। ਅਖੀਰ ਵੰਡ ਵਾਲੀ ਗੱਲ ਉਸਨੇ ਆਪਣੀ ਨਾ ਮਨਜ਼ੂਰੀ ਦੇ ਦਿੱਤੀ ਸੀ, ਵੀ ਉਹਨੇ ਇਹ ਸੀ ਨਾ, ਵੰਡ ਮੰਨ ਲਈ ਸੀ ਕਿ ਹਾਂ ਜੋ ਦੀਨੂ ਨੇ ਵੰਡ ਕੀਤੀ ਹੈ ਉਹ ਸਹੀ ਆ। ਵਿਚਾਰਾ ਦਿਨ ਬ ਦਿਨ ਕਮਜ਼ੋਰ ਹੁੰਦਾ ਗਿਆ, ਕਿਉਂਕਿ ਦੁੱਧ ਤਾਂ ਸਾਰਾ ਦੀਨੂ ਲੈ ਲੈਂਦਾ ਸੀ, ਗੋਪਾਲ ਤਾਂ ਵਿਚਾਰਾ ਇੱਦਾਂ ਹੀ ਰਹਿ ਜਾਂਦਾ ਸੀ। ਇੱਕ ਦਿਨ ਨਾ ਗੋਪਾਲ ਦੀ ਮੁਲਾਕਾਤ ਉਸਦੇ ਪਿੰਡ ਦੇ ਸਿਆਣੇ ਜਿਹੇ ਬੰਦੇ ਨਾਲ ਹੁੰਦੀ ਆ। ਗੋਪਾਲ ਨੇ ਉਸਨੂੰ ਬਜ਼ੁਰਗ ਨੂੰ ਨਾ ਆਪਣੀ ਸਾਰੀ ਦੁਰਦਸ਼ਾ, ਜੋ ਵੀ ਹਾਲਾਤ ਸੀਗੇ, ਦੱਸੀ, ਸਾਰੀ ਕਹਾਣੀ ਸੁਣਾ ਦਿੱਤੀ। ਬਜ਼ੁਰਗ ਨੇ ਗੋਪਾਲ ਨੂੰ ਨਾ ਇੱਕ ਜੁਗਤੀ ਸਮਝਾਈ। ਉਸਨੇ ਕਿਹਾ, ਜਦੋਂ ਤੇਰਾ ਭਰਾ ਨਾ ਮੱਝ ਦਾ ਦੁੱਧ ਚੋਣ ਲੱਗੇਗਾ, ਤੂੰ ਮੱਝ ਦੀ ਗਰਦਨ 'ਤੇ ਲਾਠੀ ਮਾਰੀ, ਇਸੇ ਤਰ੍ਹਾਂ ਰਾਤ ਨੂੰ ਜਦੋਂ ਕੰਬਲ ਮੰਗੇ ਤਾਂ ਉਸਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਭਿਉਂ ਕੇ ਦੇਈ। ਗੋਪਾਲ ਦੇ ਮਨ ਵਿੱਚ ਬਜ਼ੁਰਗ ਦੀ ਗੱਲ ਸਮਝ ਆ ਗਈ। ਉਸਨੇ ਦੀਨੂ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ। ਉਸਨੇ ਕੀ ਕੀਤਾ, ਉਸੇ ਦਿਨ ਗੋਪਾਲ ਮੱਝ ਚਾਰ ਕੇ ਘਰ ਆਇਆ। ਥੋੜ੍ਹੀ ਦੇਰ ਬਾਅਦ ਦੀਨੂ ਬਾਲਟੀ ਲੈ ਕੇ ਦੁੱਧ ਲਈ ਚੋਣ ਲਈ ਆ ਪੁੱਜਾ। ਗੋਪਾਲ ਨੇ ਬਜ਼ੁਰਗ ਦੀ ਗੱਲ ਯਾਦ ਆਈ। ਹਜੇ ਦੀਨੂ ਥੋੜ੍ਹਾ ਜਿਹਾ ਦੁੱਧ ਕੱਢ ਸਕਿਆ ਤਾਂ ਗੋਪਾਲ ਨੇ ਮੱਝ ਦੀ ਗਰਦਨ 'ਤੇ ਜ਼ੋਰ ਦੀ ਲਾਠੀ ਮਾਰੀ। ਮੱਝ ਜਦੋਂ ਲਾਠੀ ਵੱਜਣੀ ਸੀ, ਮੱਝ ਟੱਪ ਗਈ।
ਟੱਪ ਗਈ। ਦੀਨੂ ਗੁੱਸੇ ਨਾਲ ਲਾਲ ਪੀਲਾ ਪਾਗਲ ਹੋ ਕੇ ਬੋਲਿਆ, ਓਏ ਗੋਪਾਲ, ਇਹ ਕੀ ਕਰ ਰਿਹਾ ਹੈ? ਦਿਖਦਾ ਨਹੀਂ ਮੈਂ ਦੁੱਧ ਕੱਢ ਰਿਹਾ ਹੈ। ਜੇਕਰ ਤੂੰ ਮੱਝ ਨੂੰ ਮਾਰੇਂਗਾ ਤਾਂ ਮੈਂ ਦੁੱਧ ਕਿਵੇਂ ਕੱਢੇਂਗਾ? ਗੋਪਾਲ ਬੋਲਿਆ, ਵੀਰਾ ਗੁੱਸੇ ਨਾ ਹੋਵੋ, ਮੱਝ ਦਾ ਅਗਲਾ ਹਿੱਸਾ ਮੇਰਾ ਹੈ। ਮੈਂ ਇਸ ਹਿੱਸੇ ਵਿੱਚ ਜੋ ਮਰਜ਼ੀ ਕਰਾਂ, ਤੁਸੀਂ ਮੈਨੂੰ ਕੁਝ ਨਹੀਂ ਆਖ ਸਕਦੇ। ਪਰ ਮੇਰੇ ਭਰਾ, ਮੈਂ ਦੁੱਧ ਕਿਵੇਂ ਕੱਢਾਂਗਾ? ਦੀਨੂ ਠਰ੍ਹੰਮੇ ਨਾਲ ਬੋਲਿਆ, ਇਹ ਮੈਨੂੰ ਨਹੀਂ ਪਤਾ, ਮੈਂ ਤੁਹਾਨੂੰ ਦੁੱਧ ਕੱਢਣ ਤੋਂ ਮਨਾ ਨਹੀਂ ਕਰ ਰਿਹਾ, ਗੋਪਾਲ ਨੇ ਉੱਤਰ ਦਿੱਤਾ। ਦੀਨੂ ਸਮਝ ਗਿਆ ਹੁਣ ਛਲ ਕਪਟ ਨਾਲ ਕੰਮ ਚੱਲਣ ਵਾਲਾ ਨਹੀਂ। ਉਸਨੇ ਕਿਹਾ, ਚੰਗਾ ਭਰਾ, ਅੱਜ ਤੋਂ ਦੁੱਧ ਅੱਧਾ ਅੱਧਾ ਵੰਡ ਲਵਾਂਗੇ। ਕੱਲ ਤੋਂ ਮੈਂ ਵੀ ਮੱਝ ਨੂੰ ਚਾਰਾ ਪਾਣੀ ਦੇਵਾਂਗਾ ਅਤੇ ਚਾਰਨ ਲਿਜਾਇਆ ਕਰਾਂਗਾ। ਹੁਣ ਤਾਂ ਤੂੰ ਖੁਸ਼ ਹੈ ਨਾ? ਦੇਖੋ, ਜਦੋਂ ਮੱਝ ਦੀ ਸੋਟੀ ਵਾਲੀ ਘਟਨਾ ਹੋਈ ਤਾਂ ਮੱਝ ਦੀ ਵੰਡ ਉਹਨੇ ਸਹੀ ਕਰ ਲਈ ਕਿ ਉਹ ਵੀ ਚਾਰਨ ਜਾਇਆ ਕਰੂਗਾ, ਦੁੱਧ ਵੀ ਅੱਧਾ ਅੱਧਾ ਹੋਏਗਾ, ਵੀ ਦੀਨੂ ਵੀ ਚਾਰਨ ਜਾਇਆ ਕਰੇਗਾ, ਗੋਪਾਲ ਵੀ ਵਾਰੀ ਵਾਰੀ ਨਾਲ, ਹੈ ਨਾ। ਹੁਣ ਆਈ ਰਾਤ ਨੂੰ, ਦੀਨੂ ਨੇ ਅੱਧਾ ਜਦੋਂ ਦੁੱਧ ਗੋਪਾਲ ਨੂੰ ਦੇਤਾ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੀਨੂ ਗੋਪਾਲ ਕੋਲ ਗਿਆ ਅਤੇ ਗੋਪਾਲ ਨੂੰ ਕਹਿੰਦਾ, ਲਿਆ ਮੈਨੂੰ ਕੰਬਲ ਦੇ। ਗੋਪਾਲ ਨੇ ਪਹਿਲਾਂ ਹੀ ਕੰਬਲ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਭਿਓ ਕੇ ਰੱਖਿਆ ਸੀ। ਉਸਨੇ ਕਿਹਾ, ਵੀਰਾ ਇਹ ਕੰਬਲ ਮੇਰੇ ਤੋਂ ਚੁੱਕਿਆ ਨਹੀਂ ਜਾਂਦਾ, ਤੂੰ ਆਪ ਹੀ ਚੁੱਕ ਲੈ। ਕੰਬਲ ਚੁੱਕਦੇ ਹੀ ਦੀਨੂ ਦੰਗ ਰਹਿ ਗਿਆ। ਉਹ ਬੋਲਿਆ, ਗੋਪਾਲ, ਤੈਨੂੰ ਇਹ ਕੀ ਹੋ ਗਿਆ ਹੈ? ਇਹ ਕੰਬਲ ਪਾਣੀ ਨਾਲ ਬੁਰੀ ਤਰ੍ਹਾਂ ਭਿੱਜ ਚੁੱਕਾ ਹੈ, ਇਸ ਨੂੰ ਮੈਂ ਆਪਣੇ ਉੱਪਰ ਕਿਵੇਂ ਲਵਾਂਗਾ? ਅੱਜ ਰਾਤ ਮੈਂ ਠੰਡ ਨਾਲ ਮਰ ਜਾਵਾਂਗਾ। ਗੋਪਾਲ ਠਰ੍ਹੰਮੇ ਅਤੇ ਧੀਰਜ ਨਾਲ ਬੋਲਿਆ, ਵੀਰਾ ਇੰਨੀਆਂ ਰਾਤਾਂ ਤਾਂ ਮੈਂ ਵੀ ਬਿਨਾਂ ਕੰਬਲ ਤੋਂ ਉੱਪਰੋਂ ਕੱਟੀਆਂ ਹਨ। ਤੁਸੀਂ ਵੀ ਜ਼ਰਾ ਸੋਚੋ ਕਿ ਮੇਰੇ ਨਾਲ ਕੀ ਬੀਤੀ ਹੋਵੇਗੀ। ਉਂਝ ਵੀ ਦਿਨ ਵਿੱਚ ਕੰਬਲ ਮੇਰਾ ਸੀ, ਇਸ ਲਈ ਮੈਂ ਇਸ ਨੂੰ ਭਿਉਂ ਦਿੱਤਾ। ਇਹ ਤੁਹਾਨੂੰ ਪੁੱਛਣ ਦਾ ਅਧਿਕਾਰ ਨਹੀਂ ਕਿ ਇਹ ਗਿੱਲਾ ਕਿਉਂ ਹੈ। ਦੀਨੂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ। ਉਸਨੇ ਗੋਪਾਲ ਦੇ ਪੈਰ ਫੜ ਕੇ ਉਸ ਤੋਂ ਮਾफ़ੀ ਮੰਗੀ। ਗੋਪਾਲ ਨੇ ਆਪਣੇ ਭਰਾ ਨੂੰ ਖਿਮਾ ਕਰ ਦਿੱਤਾ, ਭਾਵ ਮਾफ़ ਕਰ ਦਿੱਤਾ, ਅਤੇ ਉਹ ਦੋਵੇਂ ਭਰਾ ਖੁਸ਼ੀ ਖੁਸ਼ੀ ਰਹਿਣ ਲੱਗੇ। ਸੋ ਪਿਆਰੇ ਬੱਚਿਓ, ਕਦੀ ਨੈਲੇ ਤੇ ਦਹਿਲਾ ਵੱਜ ਹੀ ਜਾਂਦਾ ਆ। ਦੇਖੋ, ਗੋਪਾਲ ਪਹਿਲਾਂ ਚੁੱਪ ਸੀਗਾ, ਦੀਨੂ ਉਹਦੀ ਚੁੱਪੀ ਦਾ ਫਾਇਦਾ ਉਠਾਉਂਦਾ ਰਿਹਾ। ਜਦੋਂ ਗੋਪਾਲ ਨੇ ਦਹਿਲਾ ਮਾਰਿਆ, ਨੈਲਾ ਤਾਂ ਦੀਨੂ ਨੇ ਮਾਰਿਆ ਸੀ, ਨੈਲੇ ਦੇ ਉੱਤੇ ਦਹਿਲਾ, ਭਾਵ ਉਹਨੂੰ ਮੋੜਵਾਂ ਜਵਾਬ ਕਿਸ ਨੇ ਦਿੱਤਾ? ਗੋਪਾਲ ਨੇ ਦਿੱਤਾ। ਅਤੇ ਕਹਿੰਦੇ ਵੱਜ ਹੀ ਜਾਂਦਾ ਆ ਨੈਲੇ ਤੇ ਦਹਿਲਾ, ਛਲ ਕਪਟ ਕਰਨ ਵਾਲੇ ਜ਼ਿਆਦਾ ਦੇਰ ਕਾਮਯਾਬ ਨਹੀਂ ਹੋ ਸਕਦੇ। ਇੱਕ ਦਿਨ ਉਹਨਾਂ ਦਾ ਪਾਜ ਭਾਵ ਭੇਦ ਖੁੱਲ੍ਹ ਹੀ ਜਾਂਦਾ ਹੈ। ਠੀਕ ਹੈ ਨਾ। ਉਮੀਦ ਹੈ ਪਿਆਰੇ ਬੱਚਿਓ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ। ਇਸ ਲਈ ਬੇਟਾ ਇਸ ਕਹਾਣੀ ਤੋਂ ਤੁਸੀਂ ਇਹ ਸਿੱਖਣਾ ਹੈ ਕਿ ਸਾਨੂੰ ਕਦੇ ਵੀ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ, ਛਲ ਕਪਟ ਨਹੀਂ ਕਰਨਾ ਚਾਹੀਦਾ, ਹਮੇਸ਼ਾ ਇਮਾਨਦਾਰੀ ਨਾਲ ਰਹਿਣਾ ਚਾਹੀਦਾ ਆ। ਅਤੇ ਜੇ ਕੋਈ ਗਲਤ ਕਰਦਾ ਹੈ ਤਾਂ ਉਸ ਨੂੰ ਸਮਝਾਉਣਾ ਚਾਹੀਦਾ ਹੈ, ਨਾ ਕਿ ਉਹਦੇ ਨਾਲ ਲੜਨਾ ਨਹੀਂ ਚਾਹੀਦਾ। ਉਹਨੂੰ ਉਸੇ ਦੇ ਨੈਲੇ 'ਤੇ ਦਹਿਲਾ ਮਾਰ ਕੇ ਕੀ ਹੈ ਸਾਨੂੰ ਸਮਝਾਉਣਾ ਚਾਹੀਦਾ ਆ। ਬੇਟਾ ਜੀ, ਤੁਸੀਂ ਇਹ ਕਹਾਣੀ ਚੰਗੀ ਤਰ੍ਹਾਂ ਆਪਣੀ ਬੁੱਕ ਦੇ ਵਿੱਚ ਪੜ੍ਹਨੀ ਵੀ ਆ, ਸਮਝਣੀ ਵੀ ਆ ਵੀਡੀਓ ਦੇਖ ਕੇ, ਅਤੇ ਫਿਰ ਇਸ ਕਹਾਣੀ ਦੇ ਨਾ ਸ਼ਬਦ ਅਰਥ, ਪਹਿਲਾਂ ਉਦੇਸ਼ ਫਿਰ ਸ਼ਬਦ ਅਰਥ, ਡੇਟ ਲਿਖ ਕੇ, ਜਿੱਦਾਂ ਮੈਂ ਤੁਹਾਨੂੰ ਦੱਸਿਆ ਹੋਇਆ ਆ, ਮੈਂ ਨੋਟਸ ਸੈਂਡ ਕਰਾਂਗੀ ਉਸ ਦੀ ਹੈਲਪ ਦੇ ਨਾਲ। ਸਾਫ਼ ਲਿਖਾਈ ਦੇ ਵਿੱਚ ਸ਼ਬਦ ਅਰਥ ਆਪਣੀ ਫੇਰ ਨੋਟਬੁੱਕ ਦੇ ਵਿੱਚ ਕਰਨੇ ਹਨ। ਧੰਨਵਾਦ ਬੇਟਾ ਜੀ।